वाहिगुरू जी का खालसा श्री वाहिगुरू जी की फतेह। मेरा नाम नेहा मसीह है। मैं 6वीं जमात ਵਿੱਚ ਪੜ੍ਹਦੀ ਹਾਂ। ਮੈਂ ਅੱਜ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਬੋਲਣ ਜਾ ਰਹੀ ਹਾਂ। ਉਮੀਦ ਹੈ ਕਿ ਇਹ ਤੁਹਾਨੂੰ ਪ੍ਰਭਾਵਿਤ ਕਰੇਗਾ। ਰੇਖਾ ਰੂਪ ਰੇਖਾ ਭੂਮਿਕਾ ਹਿੰਦ ਦੀ ਚਾਦਰ ਜਨਮ ਤੇ ਮਾਤਾ ਪਿਤਾ ਅਤੇ ਆਪ ਦਾ ਵਿਆਹ ਗੁਰਗੱਦੀ ਸੰਤ ਸਰੂਪ ਵਿੱਦਿਆ ਪੜ੍ਹਾਈ ਸੰਸਤਰ ਅਤੇ ਵਿਦਿਆ ਦੇ ਅੱਖਰੀ ਪੜ੍ਹਾਈ ਇਕਾਂਤ ਪਸੰਦੀ ਵਿਆਹ ਗੁਰਗੱਦੀ ਗੁਰੂ ਲੈ ਦੋ ਰੇ ਗੁਰੂ ਲੈ ਦੋ ਰੇ ਗੁਰੂ ਲਾ ਦੋ ਰੇ ਗੁਰੂ ਰਾ ਦੋ ਰੇ ਅਨੰਦਪੁਰ ਵਸਾਉਣਾ ਕਰਮੀਰੀ ਪੰਡਿਤ ਕੋਲ ਪੁਕਾਰ ਬਹਾਦਰ ਸੂਰਮਾ ਅਤੇ ਵੀਰਿਆਮਾਨ ਉਹੀ ਹੈ ਜੋ ਆਪਣੇ ਧਰਮ ਦੀ ਖਾਤਰ ਸੂਰਮਾ ਅਤੇ ਆਪਣਾ ਆਪ ਨੂੰ ਵਾਹ ਦੇਵੇ। ਉਹੀ ਹੈ ਜੋ ਸ਼ਹੀਦ ਕੌਮ ਉਸ ਦੀ ਨੀਂਹ ਪੱਥਰ ਹੁੰਦੇ ਹਨ। ਆਪਣੇ ਤਾਂ ਸਾਰੇ ਹੀ ਜਿਉਂਦੇ ਹਨ, ਪਰ ਸੱਚ ਮਨੁੱਖ ਉਹ ਹੈ ਜੋ ਕਿ ਆਪਣੇ ਦੂਜਿਆਂ ਲਈ ਆਪਣਾ ਜੀਵਨ ਵਾਰ ਦਿੰਦਾ ਹੈ ਤੇ ਸ਼ਰਨ ਵਿੱਚ ਆਏ ਹਰ ਇੱਕ ਵਿਅਕਤੀ ਦੇ ਜੀਵਨ ਲਈ ਸਦਾ ਤਿਆਰ ਰਹਿੰਦਾ ਹੈ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੇ ਨਿਆਂ ਦੀ ਰਾਖੀ ਲਈ ਮਹਾਨ ਕੁਰਬਾਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਆਪ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਅਤੇ ਹੁਕੂਮਤਾਂ ਦੇ ਜ਼ਾਲਿਮ ਹੇਠ ਕੁਚਲਿਆ ਰਹੀ ਕੌਮ ਰਹੀ ਹੱਕਾਂ ਲਈ ਜ਼ਾਲਿਮ ਨਾਲ ਟੱਕਰ ਲੈਣ ਲਈ ਤੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਗਈ। ਜਨਮ ਤੇ ਮਾਤਾ ਪਿਤਾ ਹਰਗੋਬਿੰਦ ਅਤੇ ਮਾਤਾ ਤੇਗ ਅਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਨਾਂ ਬਹਾਦਰ ਚੰਦ ਸੀ ਤੇ ਆਪ ਦੇ ਗੁਰੂ ਸਾਹਿਬਾਨ ਸਭ ਤੋਂ ਛੋਟੇ ਸੰਪੁੱਤਰ ਸਨ। ਸੰਤ ਸਰੂਪ ਗੁਰੂ ਅਤੇ ਬਚਪਨ ਦੇ ਵਿੱਚ ਹੀ ਸੰਤ ਸਰੂਪ ਔੜ ਚੈਂਤ ਗੰਭੀਰ ਤੇ ਨਿਰਭੈ ਦੇ ਮਾਲਕ ਸਨ। ਆਪ ਜੀ ਕਈ ਘੰਟੇ ਸਮਾਨਿਤ ਝੀਲ ਰਹਿੰਦੇ ਸਨ। ਕਈ ਘੰਟੇ ਅਤੇ ਹਕਮਾਤਾਂ ਦੇ ਲਈ ਆਪਣੀ ਕੁਰਬਾਨੀ ਦੇਣ ਵਾਸਤੇ ਆਪ ਨੇ ਜੰਗ ਲੜੀ। ਆਪ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਦਿੱਲੀ ਦੇ ਵਿੱਚ ਆਪ ਨੂੰ ਹਿੰਦ ਦੀ ਚਾਦਰ ਹੁਣ ਤੱਕ ਕਿਹਾ ਜਾਂਦਾ ਹੈ। ਸੰਸਤਰ ਵਿਦਿਆ ਤੇ ਆਖਰੀ ਪੜ੍ਹਾਈ ਆਪ ਜੀ ਦੀ ਆਖਰੀ ਪੜ੍ਹਾਈ ਅਤੇ ਸੰਸਤਰ ਵਿਦਿਆ ਦਾ ਪ੍ਰਬੰਧ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਦੇਖ ਰੇਖ ਵਿੱਚ ਕਰਵਾ। ਆਪ ਸੁੰਦਰ ਜਵਾਨ ਵਿਦਵਾਨ ਅਤੇ ਸੂਰਬੀਨ ਅਤੇ ਸੰਸਕਾਰਿਤ ਧਰਮ ਅਤੇ ਰਾਜਨੀਤਿਕ ਅਤੇ ਨਿਪੁੰਨ ਹੋਏ। ਆਪ 1634 ਅਤੇ ਈਸਵੀ ਨੂੰ ਆਪ ਨੇ ਆਪਣੇ ਪਿਤਾ ਮਿਲ ਕੇ ਕਰਤਾਰਪੁਰ ਦੀ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਨਾਲ ਵਿਖਾਏ। ਇਕਾਂਤ ਪਸੰਦ ਆਪ ਜੀ ਦੀ ਨਿੱਜੀ ਜੀਵਨ ਸਦਾ ਤੇ ਖਲੋਤਵਾਨ ਹੋਣ ਅਤੇ ਕਰਤਾਰਪੁਰ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ। ਇਕਾਂਤ ਪਸੰਦ ਆਪ ਜੀ ਦੀ ਨਿੱਜੀ ਜੀਵਨ ਸਦਾ ਤੇ ਸੁਤੰਤਰਤਾ ਸੀ। ਆਪ ਇਕਾਂਤ ਵਿੱਚ ਅਡੋਕ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਪਿੰਡ ਬਲਾਕਾ ਵਿੱਚ ਜਾ ਗਏ ਤੇ ਉੱਥੇ 20 ਸਾਲ ਭੂਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਆਪ ਦਾ ਵਿਆਹ 1632 ਈਸਵੀ ਵਿੱਚ ਵਿਆਹ ਭਾਈ ਲਾਲ ਚੰਦ ਦੀ ਸੰਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਹੋਇਆ। ਆਪ ਦੇ ਸੰਪੁੱਤ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਜੀ ਸਨ। ਗੁਰਗੱਦੀ 8ਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬੇ ਬੁਲਾ ਕੇ ਕਹਿ ਕੇ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਆਪ ਜੀ ਦੇ ਪ੍ਰਗਟ ਹੋਣ ਦੀ ਕੁੱਖ ਤੋਂ ਬਾਅਦ ਨਿਗਲੀ ਜਿਸ ਵੇਲੇ ਸ਼੍ਰੀ ਹਰਕ੍ਰਿਸ਼ਨ ਜੀ ਨੇ ਅਤੇ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਅਤੇ ਬਾਲਕਾਂ ਨੂੰ ਵੱਲ ਇਸ਼ਾਰਾ ਕੀਤਾ ਤਾਂ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਮਾਲਕ ਦੱਸਣ ਲੱਗੇ। ਇਸ ਲਈ ਇੱਥੇ ਬਣਾਈ ਗੁਰੂ ਇੱਥੇ ਆਪ ਹੀ ਭਾਈ ਗੁਰੂ ਬੈਠ ਗਏ। ਗੁਰੂ ਲਾ ਦੋ ਰੋ ਗੁਰੂ ਲਾ ਦੋ ਰੋ
ਅਖੀਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲਾਂਬਣਾ ਘਰ, ਜੋ ਕਿ ਘਰ ਦਾ ਸੰਪਲਵਾਨ ਸੀ, ਜਿਸ ਦਾ ਜਹਾਜ਼ ਸਮੁੰਦਰ ਦੀਪ ਘੁੰਮਣ ਦੇ ਰੂਪ ਵਿੱਚ ਗੁਰੂ ਦੀ ਕਿਰਪਾ ਨਾਲ ਪਰ ਲੰਘ ਗਿਆ ਸੀ। ਆਪ ਸੁਖਨਾ ਦੀਆਂ 500 ਮੋਹਰਾਂ ਲਾ ਕੇ ਬਾਬੇ ਬਲਾਕੇ ਪੁੱਜੇ। ਉਸ ਨੇ ਉੱਥੇ ਪਹੁੰਚ ਕੇ ਦੇਖਿਆ ਕਿ 22 ਗੁਰੂਆਂ ਦੀਆਂ ਮੰਜੀਆਂ ਲੱਗੀਆਂ ਹੋਈਆਂ ਸਨ। ਉਹ ਸੋਚਣ ਲੱਗਾ ਕਿ ਇਸ ਨੂੰ 500 ਮੋਹਰਾਂ ਭੇਟ ਕੀਤੀਆਂ ਜਾਣ। ਉਸਨੇ ਸੱਚੇ ਗੁਰੂ ਦੀ ਪਰਖ ਲਈ। ਸਭ ਅੱਗੇ ਪੰਜਵਾਂ ਹੀਰਵਾਂ ਅਤੇ ਮੋਹਰਾਂ ਰੱਖ ਦਿੱਤੀਆਂ, ਪਰ ਕੋਈ ਵੀ ਕੁਝ ਨਾ ਬੋਲਿਆ। ਕਾਫੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਲੱਗਾ ਕਿ ਇੱਕ ਗੌਰ ਸਾਹਿਬ ਭੋਰੇ ਵਿੱਚ ਦੀਵਾਨ ਵਿੱਚ ਅਤੇ ਹੋਰ ਉਸ ਦੇ ਮੋਹਰਾਂ ਭੇਟ ਕਰਨ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਸਖਣਾ 500 ਦੀ ਕੀਰਤਾ ਕਰਦਾ ਅਤੇ ਕੇਵਲ 500 ਮੋਹਰਾਂ ਕੀਰਤਾ ਕਰਦਾ, ਅਤੇ ਉਹ ਗੁੱਦ ਹੋ ਕੇ ਕਹਿਣ ਲੱਗਾ, ਉੱਚੀ ਆਵਾਜ਼ ਵਿੱਚ ਰੌਲਾ ਪਾਉਣ ਲੱਗਾ ਅਤੇ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਅਨੰਦਪੁਰ ਸਾਹਿਬ ਵਸਾਉਣ ਬਲਾਕੇ ਤੋਂ ਬਾਅਦ ਕੀਰਤਪੁਰ ਪੁੱਜੇ ਤੇ ਫਿਰ ਕਾਹਲੂਨ ਦੇ ਰਾਜੇ ਦੀ ਜ਼ਮੀਨ ਖਰੀਦਣ ਦੇ ਆਨੰਦ ਸਾਹਿਬ ਨਗਰ ਵਸਾਉਣ, ਜਿੱਥੇ ਗੁਰੂ ਹਰਗੋਬਿੰਦ ਖਾਲਸਾ ਜੀ ਪੱਥ ਵਜਣਾ ਸੁੰਝਣਾ ਕਸ਼ਮੀਰੀ ਪੰਡਿਤ ਦੀ ਪੁਕਾਰ। ਉਸ ਦੇ ਸਮੇਂ ਮੁਗਲ ਬਾਦਸ਼ਾਹ ਅੰਗਰੇਜ਼ ਦੇ ਹੁਕਮ ਅਨੁਸਾਰ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਤੇ ਅਫਗਾਨਿਸਤਾਨ ਦੇ ਤਲਵਾਰ ਜ਼ੋਰ ਨਾਲ ਕਸ਼ਮੀਰ ਹਿੰਦ ਦੀ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਿਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ। ਉਹਨਾਂ ਨੇ ਕਿਹਾ, ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾਂ ਉਹੀ ਤੁਹਾਡੀ ਰੱਖਿਆ ਹੋ ਸਕਦੀ ਹੈ। ਆਪ ਦੇ ਸਨਪੁੱਤਰ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੇ, ਪਿਤਾ ਜੀ, ਤੁਹਾਡੇ ਤੋਂ ਵੱਧ ਹੋਰ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਪਿਤਾ ਜੀ, ਤੁਹਾਡੇ ਤੋਂ ਵੱਧ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ? ਬਾਲਕ ਗੁਰੂ ਗੋਬਿੰਦ ਜੀ ਨੇ ਕਹਿਣ ਤੇ ਤਿਲਕ ਜਾਹੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ। ਗ੍ਰਿਫਤਾਰੀ ਤੇ ਸ਼ਹੀਦੀ ਆਪ ਜੀ ਦੇ ਸਾਥੀਆਂ ਨੇ ਆਗਰੇ ਵਿੱਚ ਦਿੱਲੀ ਗ੍ਰਿਫਤਾਰ ਕਰ ਲਿਆ ਤੇ ਦੁਆਰਾ ਹਕੂਮਤਾਂ ਦੀ ਨੀਤੀ ਅਨੁਸਾਰ ਇਸਲਾਮਾਨ ਅਤੇ ਅਖਮਾਤਵਾਦ ਕੀਤੀਆਂ। ਜੇਕਰ ਆਪ ਅੰਗਰੇਜ਼ੀ ਕਸਮਾਤ ਕਰਦੇ ਹੋਏ ਅਰੋਕ ਰਹਿੰਦੇ ਤਾਂ ਉਹਨਾਂ ਦੀ ਤਮਾਨਿਕਵਾਦ ਅਤੇ ਜਮਾਤਿਕਵਾਦ ਇੱਕ ਸਿੱਖ ਦਾ ਪੜ੍ਹ ਲੈ ਕੇ ਰਵਾਜ ਗੱਜ ਵੱਜ ਕੇ ਆਖਣ ਰਹਿ ਕੇ ਪੁੱਜਦੇ ਅਤੇ ਬਲਿਦਾਨ ਦੇ ਦਿੱਤਾ ਸਿੱਧ ਕਰ ਦਿੱਤਾ। ਬਾਹਿਆਂ ਜਿਨ੍ਹਾਂ ਦੀ ਪਕੜੇ ਸਿਰ ਦੌੜੇ ਬਾਹਿਆਂ ਨਾ ਛੋੜਿਆ ਉਹਨਾਂ ਦੀ ਸਿਰ ਦੌੜਿਆ ਬਾਹਿਆਂ। ਅਤੇ ਆਪ ਮਹਾਨ ਕੁਰਬਾਨੀ ਦੇ ਕੇ ਲੋਕਾਂ ਦੀ ਸਗਨੀ ਅਣਬਾਲੀ ਲਾ ਜਿੰਦਾ ਦੀ ਆਪ ਜੀ ਦੇ ਹਰਗੋਬਿੰਦ ਗੁਰੂ ਤੇਗ ਬਹਾਦਰ ਅਤੇ ਖਾਲਸਾ ਦੀ ਸਾਜਨਾ ਕੀਤੀ, ਜ਼ਾਲਿਮ ਕੀਤੇ, ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲਾਣੀ ਵੇ ਤੇਰੀ ਬਾਲਵਾਂ ਦੀ ਤੇ ਲਾਣੀ ਵੇ ਤੇਰੀ ਕਮਾਤਵਾਦ ਦੀ, ਧਨਵਾਸ ਦੀ ਧੈਨਵਾਦ ਪਰਮਾਤਮਾ ਦੇ ਗੀਤ ਗਾਉਣ ਤੋਂ ਬਾਅਦ ਅਕਮਾਤਾਂ ਦੇ ਪ੍ਰੇਰਨਾ ਦੇਣ ਵਾਲੀ। चिंता ना कर जिए ने होए, चिंता ना कर जिए अन होए, ए मारून संजान में नानक थूरे, ए मानुक संजान में नारक थूने नहीं कोए। सारा अंश श्री गुरु तेग बहादुर जी ने मानव जाति ਨੂੰ ਸੰਦੇਸ਼ ਦਿੰਦੇ ਕਿਹਾ ਕਿ ਡਰਨ ਵਾਲਾ ਕਾਇਰ ਹੈ ਅਤੇ ਡਰਾਉਣ ਵਾਲਾ ਜ਼ਾਲਿਮ ਹੈ। ਇਸ ਲਈ ਨਾ ਕਿਸੇ ਨੂੰ ਡਰੋ, ਨਾ ਕਿਸੇ ਨੂੰ ਡਰਨ ਦੀ ਲੋੜ ਹੈ ਅਤੇ ਨਾ ਕਿਸੇ ਨੂੰ ਡਰਾਉਣ ਦੀ। ਆਪ ਸੱਚਮੁੱਚ ਹੀ ਹਿੰਦ ਦੀ ਚਾਦਰ ਅਰਥਾਤ ਭਾਰਤ ਦੀ ਇੱਜ਼ਤ ਅਤੇ ਅਪਮਾਨ ਵਿੱਚ ਰਖਵਾਲੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।